ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵੀਡੀਓ ਦੇ ਵਿੱਚ ਆਪਾਂ ਵਿਚਾਰਿਆ ਸੀ ਨਾਨਕ ਪ੍ਰਕਾਸ਼ ਦੇ ਉੱਤਰਾਰਧ ਦਾ 54ਵਾਂ ਅਤੇ 55ਵਾਂ ਅਧਿਆਇ ਕਿ ਕਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਵਣ ਦਾ ਪ੍ਰਸੰਗ ਲਿਖਣ ਵੇਲੇ ਹੋਸ਼ੀਆਂ ਜੀਆਂ ਸੱਚਾਈ ਤੋਂ ਕੋਹਾਂ ਦੂਰ ਦੀਆਂ ਡਰਾਮੇਬਾਜ਼ੀ ਵਾਲੀਆਂ ਗੱਲਾਂ ਅੰਕਿਤ ਕੀਤੀਆਂ ਹਨ ਕਿ ਕਿਸ ਤਰੀਕੇ ਦੇ ਨਾਲ ਤਿੰਨ ਦੇਵਤੇ ਬ੍ਰਹਮਾ ਸ਼ਿਵ ਜੀ ਇੰਦਰ ਜੋਗੀਆਂ ਦਾ ਰੂਪ ਧਾਰਨ ਕਰਕੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਆਉਂਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਹ ਦੀ ਪੁੜੀ ਭੇਜਦੇ ਹਨ। ਗੁਰੂ ਸਾਹਿਬ ਆ ਕੇ ਇਹਨਾਂ ਦੇਵਤਿਆਂ ਨੂੰ ਮਿਲਦੇ ਹਨ ਅਤੇ ਇਹ ਦੇਵਤੇ ਸਤਿਗੁਰਾਂ ਨੂੰ ਆਖਦੇ ਹਨ ਕਿ ਪਾਤਸ਼ਾਹ ਹੁਣ ਤੁਸੀਂ ਸੱਚਖੰਡ ਚਲਾਣਾ ਕਰੋ। ਤੋ ਇਹਨਾਂ ਦੇਵਤਿਆਂ ਦੀ ਆਖੀ ਹੋਈ ਗੱਲ ਮੰਨ ਕੇ ਗੁਰੂ ਨਾਨਕ ਪਾਤਸ਼ਾਹ ਆਪਣਾ ਸਰੀਰ ਤਿਆਗਣ ਦੀ ਤਿਆਰੀ ਕਰਦੇ ਹਨ। 2 ਵਾਰੀ ਪੁੱਤਰਾਂ ਨੂੰ ਸੁਨੇਹੇ ਭੇਜਦੇ ਹਨ ਪਰ ਪੁੱਤਰ ਸਤਿਗੁਰਾਂ ਨੂੰ ਮਿਲਣ ਵਾਸਤੇ ਨਹੀਂ ਆਉਂਦੇ। ਮਾਤਾ ਸੁਲੱਖਣੀ ਜੀ ਸਤਿਗੁਰਾਂ ਨੂੰ ਮਿਲਣ ਵਾਸਤੇ ਆਉਂਦੇ ਹਨ ਤੇ ਬੇਨਤੀ ਕਰਦੇ ਹਨ ਕਿ ਤੁਸੀਂ ਆਪਣੇ ਪਿਤਾ ਦਾ ਸ਼ਰਾਧ ਕਰਕੇ ਫਿਰ ਆਪਣਾ ਸਰੀਰ ਤਿਆਗੋ। ਤੋ ਸਤਿਗੁਰੂ ਪਾਤਸ਼ਾਹ ਸੁਲੱਖਣੀ ਦੀ ਬੇਨਤੀ ਮੰਨ ਕੇ ਆਪਣਾ ਸਰੀਰ ਤਿਆਗਣ ਦਾ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਪੋਸਟਪੋਨ ਕਰ ਦਿੰਦੇ ਹਨ ਕਿ ਅੱਜ ਅੱਸੂ ਵਦੀ 7ਵੀਂ ਹੈ, ਕੱਲ੍ਹ 8ਵੀਂ ਤਰੀਕ ਨੂੰ ਪਿਤਾ ਜੀ ਦਾ ਸ਼ਰਾਧ ਹੈ, 9ਵੀਂ ਦਾ ਦਿਨ ਅਸੀਂ ਸਰੀਰ ਦੇ ਵਿੱਚ ਰਹਾਂਗੇ ਤੇ 10ਵੀਂ ਨੂੰ ਅਸੀਂ ਆਪਣਾ ਸਰੀਰ ਤਿਆਗਾਂਗੇ। ਤੋ 8ਵੀਂ ਵਾਲੇ ਦਿਨ ਸਤਿਗੁਰੂ ਆਪਣੇ ਪਿਤਾ ਜੀ ਦਾ ਬੜੇ ਵੱਡੇ ਪੱਧਰ ਦੇ ਉੱਤੇ ਸ਼ਰਾਧ ਕਰਦੇ ਹਨ। 9ਵੀਂ ਦਾ ਦਿਨ ਸਤਿਗੁਰੂ ਆਪਣੇ ਸਰੀਰ ਦੇ ਵਿੱਚ ਰਹਿੰਦੇ ਹਨ ਤੇ ਅੱਸੂ ਵਦੀ 10ਵੀਂ ਵਾਲੇ ਦਿਨ ਗੁਰੂ ਸਾਹਿਬ ਜੀ ਫਿਰ ਆਪਣਾ ਸਰੀਰ ਤਿਆਗਣ ਦੀ ਤਿਆਰੀ ਕਰ ਲੈਂਦੇ ਹਨ। ਇਸ ਤੋਂ ਅਗਾਂਹ ਜਦੋਂ 56ਵੇਂ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਉਸ ਦਾ ਸਿਰਲੇਖ ਹੈ ਸ਼੍ਰੀ ਨਾਨਕ ਪ੍ਰਕਾਸ਼ 56ਵਾਂ ਅਧਿਆਏ ਗੁਰੂ ਮਿਹਰ ਜਾਚਨਾ ਜੋਤੀ ਜੋਤ ਸਮਾਵਣ ਦੀਆਂ ਤਿਆਰੀਆਂ। ਇਸ ਅਧਿਆਏ ਦੇ ਜਿਸ ਵੇਲੇ 32ਵੇਂ ਪਦੇ ਦੇ ਉੱਤੇ ਤੁਸੀਂ ਪੜ੍ਹਦੇ ਹੋ ਉੱਥੇ ਬੋਲ ਲਿਖੇ ਨੇ ਕਿ ਜੈ ਜੈਕਾਰ ਹੋਏ ਚੌਫੇਰੇ ਪੜ੍ਹੇ ਬੇਦ ਧੁਨ ਸ਼ਬਦ ਕਨੇਰੇ ਕੁਸ਼ਾ ਮਿਰਦੁਲ ਜੈ ਰੁਚਰ ਬਿਛਾਉਣਾ ਤਾਂ ਜਾਏ ਪੌਡੇ ਗੁਣ ਪਾਉਣਾ। ਕਿ ਬੇਅੰਤ ਲੋਕਾਂ ਦੀ ਭੀੜ ਇਕੱਠੀ ਹੋਈ ਹੈ, ਆਲੇ ਦੁਆਲੇ ਸਤਿਗੁਰਾਂ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ। ਵੇਦਾਂ ਦੇ ਮੰਤਰ ਜਿਹੜੇ ਹਨ ਉਹ ਆਲੇ ਦੁਆਲੇ ਪੜ੍ਹੇ ਜਾ ਰਹੇ ਹਨ ਤੇ ਜਿਸ ਜਗ੍ਹਾ ਦੇ ਉੱਤੇ ਬੜਾ ਸੁੰਦਰ ਦੱਬ ਦਾ ਵਿਛਾਉਣਾ ਵਿਛਿਆ ਹੋਇਆ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਵਿਛਾਉਣੇ ਦੇ ਉੱਪਰ ਜਾ ਕੇ ਲੇਟ ਜਾਂਦੇ ਹਨ। ਤੋ ਗੁਣਤ ਸੁਲੱਖਣੀ ਔਰ ਇਸ ਭੰਤੀ ਮਮ ਸੁਤ ਝੂਰੇਂਗੇ ਪਛਾਤੀ ਮਿਲੇ ਨਾ ਆਣ ਜਨਕ ਕੇ ਤਾਈ ਤਨਕ ਪ੍ਰਤੀਤ ਨਾ ਤਿਨ ਕੋ ਆਈ। ਉਸ ਵੇਲੇ ਮਾਤਾ ਸੁਲੱਖਣੀ ਜੀ ਗੁਰੂ ਸਾਹਿਬ ਜੀ ਦੇ ਪਾਸ ਬੈਠੇ ਹੁੰਦੇ ਹਨ ਤੇ ਮਨ ਦੇ ਅੰਦਰ ਇਹ ਸੋਚ ਕੇ ਝੂਰਦੇ ਹਨ ਕਿ ਬਾਅਦ ਦੇ ਵਿੱਚ ਮੇਰੇ ਪੁੱਤਰ ਜਿਹੜੇ ਹਨ ਉਹ ਪਛਤਾਉਣਗੇ। ਉਹਨਾਂ ਨੇ ਅਖੀਰ ਦੇ ਸਮੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ। ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਆਖੇ ਹੋਏ ਬੋਲਾਂ ਦੇ ਉੱਤੇ ਪ੍ਰਤੀਤ ਭਰੋਸਾ ਵਿਸ਼ਵਾਸ ਨਹੀਂ ਆਇਆ। ਤੋ ਤਬ ਠੰਡੀ ਹਵੈ ਪ੍ਰਭੂ ਅਗਾਰੀ ਹਾਥ ਬੰਦ ਅਸ ਗਿਰਾ ਉਚਾਰੀ ਅਬ ਕੇ ਪੁਨ ਨਿਜ ਤਾਤਨ ਤਾਈ ਪਠੋ ਬੁਲਾਏ ਪਾਸ ਗੁਸਾਈ। ਤੋ ਉਸਨੇ ਫਿਰ ਖੜਿਆ ਹੋ ਕੇ ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਇੱਕ ਵਾਰੀ ਫਿਰ ਪੁੱਤਰਾਂ ਨੂੰ ਸੁਨੇਹਾ ਭੇਜੋ। ਮੈਨੂੰ ਯਕੀਨ ਆ ਕਿ ਹੁਣ ਤੀਸਰੀ ਵਾਰੀ ਤੁਸੀਂ ਸੁਨੇਹਾ ਭੇਜੋਗੇ ਤੇ ਪੁੱਤਰ ਆਪ ਜੀ ਨੂੰ ਆਪ ਜੀ ਦੇ ਆਖਰੀ ਸਮੇਂ ਮਿਲਣ ਵਾਸਤੇ ਜ਼ਰੂਰ ਆਵਣਗੇ। ਤੋ ਸੰਤੋਖ ਸਿੰਘ ਕਹਿੰਦਾ ਹੈ ਕਿ ਸੁਲੱਖਣੀ ਦੇ ਬੋਲ ਮੰਨ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਤੀਸਰੀ ਵਾਰੀ ਆਪਣੇ ਪੁੱਤਰਾਂ ਨੂੰ ਸੁਨੇਹਾ ਭੇਜਿਆ। ਤੋ ਤੀਸਰੀ ਵਾਰੀ ਇਹ ਦੋਨੋਂ ਪੁੱਤਰ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਜਾਣ ਵਾਸਤੇ ਤਿਆਰ ਹੋ ਗਏ। ਵਾਕ ਲਿਖੇ ਨੇ ਕਿ ਸ਼੍ਰੀ ਚੰਦ ਪੁਨ ਲਖਮੀ ਦਾਸਾ ਮਾਤ ਬਾਤ ਸੁਨ ਭਏ ਉਦਾਸਾ ਤਤ ਛਿਨ ਉਠੇ ਤਜੇ ਅਨਮਤਾ ਕਹਿਓ ਸਮਾਏ ਨ ਸਾਚੇ ਪਿਤਾ ਗਮਨੇ ਮਿਲਨ ਭਈ ਇਤ ਐਸੇ ਉਤ ਕੀ ਸੁਨੋ ਕੀਨ ਗੁਰ ਜੈਸੇ।
ਕਿ ਦੋਨੋਂ ਜਾਣੇ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਚੱਲ ਪਏ। ਪਰ ਕਵੀ ਸੰਤੋਖ ਸਿੰਘ ਕਹਿੰਦਾ ਹੈ ਇੱਧਰ ਇਹ ਦੋਨੋਂ ਪੁੱਤਰ ਜਿਹੜੇ ਹਨ ਸਤਿਗੁਰਾਂ ਨੂੰ ਮਿਲਣ ਵਾਸਤੇ ਰਾਜੀ ਹੋਏ ਹਨ, ਤਿਆਰ ਹੋਏ ਹਨ, ਇਹਨਾਂ ਪੁੱਤਰਾਂ ਨੇ ਚਾਲੇ ਪਾਏ ਹਨ। ਤੇ ਉਧਰ ਜੋ ਕੁਝ ਹੋਇਆ, ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੱਬ ਦਾ ਆਸਣ ਵਿਛਾ ਕੇ ਉਹਦੇ ਉੱਤੇ ਲੇਟੇ ਹੋਏ ਹਨ, ਕਹਿੰਦੇ ਨੇ ਉਹ ਵਾਰਤਾ ਸੁਣੋ ਵੀ ਅੰਬਰ ਪਾਏ ਬਦਨ ਪਰ ਤਬ ਹੀ ਪੋੜ ਗਏ ਦੇਖੇ ਨਰ ਸਭ ਹੀ ਗੇ ਸਮਾਏ ਤਨ ਰਹੇ ਨਾ ਪ੍ਰਾਨਾ ਭਾ ਕਹਾਏ ਕੋ ਸ਼ਬਦ ਮਹਾਨਾ। ਕਿ ਉਧਰ ਗੁਰੂ ਨਾਨਕ ਪਾਤਸ਼ਾਹ ਜਿਹੜੇ ਦੱਬ ਦੇ ਆਸਣ ਦੇ ਉੱਤੇ ਲੇਟੇ ਹੋਏ ਸਨ, ਉਹਨਾਂ ਨੇ ਕੀ ਕੀਤਾ, ਆਪਣੇ ਬਦਨ ਦੇ ਉੱਪਰ ਇੱਕ ਚਾਦਰ ਜਿਹੜੀ ਹੈ ਉਹ ਓੜ ਲਈ ਹੈ। ਤੇ ਸਾਰਿਆਂ ਦੇ ਦੇਖਦਿਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਬਦਨ ਦੇ ਉੱਤੇ ਚਾਦਰ ਲੈ ਕੇ ਲੇਟ ਗਏ ਹਨ ਤੇ ਗੇ ਸਮਾਏ ਤਨ ਰਹੇ ਨਾ ਪ੍ਰਾਨਾ, ਉਹਨਾਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ। ਉਹ ਪੁੱਤਰਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜੋਤੀ ਜੋਤ ਸਮਾ ਗਏ। ਪੁੱਤਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਚਲਾਣਾ ਕਰ ਗਏ। ਤੋ ਭਾ ਕਹਾਏ ਕੋ ਸ਼ਬਦ ਮਹਾਨਾ। ਉਸੇ ਵੇਲੇ ਜਿਤਨੇ ਵੀ ਉੱਥੇ ਲੋਕ ਇਕੱਤਰ ਹੋਏ ਸਨ, ਸਾਰਿਆਂ ਦੇ ਵਿੱਚ ਸੰਤੋਖ ਸਿੰਘ ਕਹਿੰਦੇ ਵੀ ਹਾਹਾਕਾਰ ਮਚ ਗਈ। ਕਰਹੀਂ ਲੋਕ ਬਿਲਾਪ ਕਲਾਪਾ ਭਇਓ ਪ੍ਰਭੂ ਕੋ ਬਿਰਹੋ ਪ੍ਰਤਾਪਾ ਨਰਨ ਬਿਖੈ ਪਾ ਰੁਦਨ ਕਨੇਰਾ ਸੁਰਨ ਮਝਾਰ ਆਨੰਦ ਬਤੇਰਾ। ਜਿੰਨੇ ਵੀ ਉੱਥੇ ਲੋਕ ਨੇ ਸਾਰਿਆਂ ਨੇ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ ਹੈ। ਸਾਰਿਆਂ ਦੇ ਵਿੱਚ ਹਾਹਾਕਾਰ ਮਚ ਗਈ ਹੈ। ਸੰਤੋਖ ਸਿੰਘ ਕਹਿੰਦਾ ਹੈ ਇੱਕ ਪਾਸੇ ਇੱਥੇ ਤੇ ਲੋਕ ਜਿਹੜੇ ਹਨ ਉਹ ਰੋ ਰਹੇ ਨੇ, ਲੋਕਾਂ ਦੇ ਵਿੱਚ ਹਾਹਾਕਾਰ ਪੈ ਰਹੀ ਹੈ, ਪਰ ਦੂਸਰੇ ਪਾਸੇ ਕਹਿੰਦੇ ਨੇ ਦੇਵਤੇ ਜਿਹੜੇ ਹਨ ਉਹਨਾਂ ਦੇ ਵਿੱਚ ਖੁਸ਼ੀਆਂ ਆਈਆਂ ਹਨ, ਉਹਨਾਂ ਦੇ ਅੰਦਰ ਆਨੰਦ ਵਧਿਆ ਹੈ। ਅਤ ਉਤਸਵ ਕੇ ਗੀਤਨ ਗਾਵੇਂ ਬਾਦਤ ਤਾਲ ਮਿਲਾਏ ਵਜਾਵੇਂ। ਦੇਵਤਿਆਂ ਨੇ ਜੈ ਜੈਕਾਰ ਕਰਨੀ ਸ਼ੁਰੂ ਕੀਤੀ ਹੈ। ਦੇਵਤਿਆਂ ਨੇ ਖੁਸ਼ੀ ਦੇ ਆਨੰਦ ਦੇ ਗੀਤ ਜਿਹੜੇ ਹਨ ਉਹ ਗਾਉਣੇ ਸ਼ੁਰੂ ਕਰ ਦਿੱਤੇ ਹਨ। ਸੋ ਇਸ ਅਧਿਆਏ ਦੇ ਅੰਦਰ ਕਵੀ ਸੰਤੋਖ ਸਿੰਘ ਜੀ ਨੇ ਸਾਰੇ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਬ੍ਰਹਮਾ, ਕੀ ਸ਼ਿਵ ਜੀ, ਕੀ ਇੰਦਰ, ਕੀ ਬ੍ਰਹਮਾ ਦੇ ਪੁੱਤਰ, ਜਿੰਨੇ ਵੀ ਸਨਾਤਨ ਮਤ ਦੇ ਅੰਦਰ ਦੇਵਤੇ ਮੰਨੇ ਗਏ ਹਨ, ਉਹਨਾਂ ਸਾਰਿਆਂ ਦਾ ਜ਼ਿਕਰ ਕਵੀ ਸੰਤੋਖ ਸਿੰਘ ਨੇ ਕੀਤਾ ਕਿ ਉਹ ਸਾਰੇ ਦੇਵਤੇ ਉਸ ਵੇਲੇ ਕਰਤਾਰਪੁਰ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਅੱਪੜੇ ਹੋਏ ਹਨ, ਲੋਕਾਂ ਨੂੰ ਦਿਖਾਈ ਨਹੀਂ ਦਿੰਦੇ, ਪਰ ਉਹ ਸਾਰੇ ਦੇਵਤੇ ਉੱਥੇ ਅੱਪੜੇ ਹੋਏ ਹਨ। ਇੱਥੋਂ ਤੱਕ ਕਿ ਜਿਹੜੇ ਗੁਰੂ ਸਾਹਿਬ ਜੀ ਤੋਂ ਪਹਿਲਾਂ ਹੋ ਚੁੱਕੇ ਭਗਤ ਨੇ, ਭਗਤ ਨਾਮਦੇਵ ਜੀ ਆ, ਭਗਤ ਕਬੀਰ ਜੀ ਆ, ਭਗਤ ਸੈਣ ਜੀ ਆ, ਇਹ ਸਾਰੇ ਭਗਤ ਵੀ ਉੱਥੇ ਜਿਹੜੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਅੱਪੜੇ ਹੋਏ ਹਨ। ਔਰ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਹੈ, ਇਹਨਾਂ ਸਾਰਿਆਂ ਨੇ ਖੁਸ਼ੀਆਂ ਦੇ ਵਾਜੇ ਵਜਾਉਣੇ ਸ਼ੁਰੂ ਕੀਤੇ ਹਨ, ਇਹਨਾਂ ਸਾਰਿਆਂ ਨੇ ਖੁਸ਼ੀਆਂ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਵੇਲੇ 57ਵੇਂ ਪਦੇ ਦੇ ਉੱਤੇ ਆਪ ਪੜ੍ਹਦੇ ਹੋ, ਉੱਥੇ ਵਾਕ ਲਿਖੇ ਨੇ ਕਿ ਆਪਣੋ ਪਲਟ ਸਰੂਪ ਕਿਰਪਾਲਾ ਚੜੇ ਬਿਵਾਨ ਉੱਪਰ ਤਤਕਾਲਾ ਤਿਹ ਸ਼ਿਨ ਦੋਨੋਂ ਸੁੱਤ ਚਲੇ ਆਏ ਸੁਨ ਤਰੌਰ ਹਿਰਦੇ ਬਿਸਮਾਏ। ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਰੂਪ ਬਦਲ ਲਿਆ, ਭਾਵ ਪਹਿਲਾਂ ਇਸ ਪੰਜ ਭੌਤਿਕ ਸਰੀਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤੇ ਜਿਸ ਵੇਲੇ ਸਤਿਗੁਰਾਂ ਨੇ ਚਲਾਣਾ ਕੀਤਾ ਇਹ ਸਰੀਰ ਉਹਨਾਂ ਦਾ ਧਰਤੀ ਦੇ ਵਿੱਚ ਪਿਆ ਰਿਹਾ, ਤੇ ਇੱਕ ਹੋਰ ਸਰੂਪ ਜਿਹੜਾ ਸੀ ਉਹਨਾਂ ਦੇ ਉਸ ਸਰੀਰ ਦੇ ਵਿੱਚੋਂ ਪ੍ਰਗਟ ਹੋ ਕੇ ਉੱਠਿਆ ਹੈ, ਤੇ ਉਹ ਸਰੀਰ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਵਿਵਾਨ ਦੇ ਵਿੱਚ ਸਵਾਰ ਹੋ ਗਿਆ ਹੈ। ਵਿਵਾਨ, ਵੈਸੇ ਹਵਾਈ ਜਹਾਜ਼ ਨੂੰ ਵਿਮਾਨ ਕਹਿੰਦੇ ਹਨ, ਤੇ ਇਹਨਾਂ ਧਾਰਮਿਕ ਗ੍ਰੰਥਾਂ ਦੇ ਅੰਦਰ, ਖਾਸ ਕਰਕੇ ਸਨਾਤਨ ਮਤ ਦੇ ਗ੍ਰੰਥਾਂ ਦੇ ਅੰਦਰ ਇਹ ਵਿਮਾਨ ਆਖਿਆ ਗਿਆ ਹੈ ਦੇਵਤਿਆਂ ਦੇ ਰੱਥ ਨੂੰ, ਜਿਹੜਾ ਕਿ ਆਕਾਸ਼ ਦੇ ਵਿੱਚ ਵਿਚਰਦਾ ਹੈ। ਔਰ ਮਾਨਤਾ ਹੈ ਸਨਾਤਨ ਮਤ ਦੀ ਕਿ ਜਿਹੜੇ ਮਹਾਂਪੁਰਖ ਨੇ ਉਹਨਾਂ ਨੂੰ ਲੈਣ ਵਾਸਤੇ ਦੇਵਤਿਆਂ ਦੇ ਰੱਥ ਆਉਂਦੇ ਨੇ, ਦੇਵਤਿਆਂ ਦੇ ਵਿਮਾਨ ਜਿਹੜੇ ਹਨ ਉਹ ਇਸ ਧਰਤੀ ਦੇ ਉੱਤੇ ਆਉਂਦੇ ਹਨ। ਸੰਤੋਖ ਸਿੰਘ ਕਹਿੰਦਾ ਹੈ ਕਿ ਉਸ ਵਿਮਾਨ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਹੋਰ ਸਰੀਰ ਜਿਹੜਾ ਹੈ ਉਹ ਸਵਾਰ ਹੋਇਆ ਹੈ, ਤੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਹ ਦੂਸਰਾ ਸਰੀਰ ਜਿਹੜਾ ਇਹਨਾਂ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ, ਉਹ ਕੇਵਲ ਦੇਵਤਿਆਂ ਨੂੰ ਦਿਸਦਾ ਹੈ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਵਿਮਾਨ ਦੇ ਵਿੱਚ ਸਵਾਰ ਹੋ ਗਏ ਹਨ,
उस वेले गुरु नानक पातशाह जी के दोनों पुत्र जिहड़े हन उस जगह के उत्ते अपड़े हैं। उन्होंने रौला सुनिया है, हाहाकार सुनी है लोगों की, तो सुन के वो हैरान हो रहे ने। बहुत ज़्यादा लोगों की भीड़ उत्थे एकत्र हुई है। बड़ी मुश्किल दे नाल, बड़ी औखियाई दे नाल उत्थे पहुंचे हैं जिथे गुरु नानक पातशाह जी का शरीर पिया सी। माता सुलखणी जी ने देखिया ते देख सुलखणी सुत सो पाखी, पूर्व क्यों ना आए असकांखी। सुलखणी जी ने आख्या कि तुसा ने आउण दे विच बहुत देर कर दी है, तुसी पहला क्यों नहीं आए। रहे बुलाए पठे दवै बारी, आए नहीं ना नीक बिचारी, पीछे आए रहो पछताई, अब तो गए समाए गुसाई। तुहानू पहला 2 वारी सुनेहा भेजिया गया, तुसी नहीं आए, हुण तुसी आए हो। हुण ते गुरु साहब जी अपना शरीर त्याग चुके हैं, वो ज्योति जोत समा चुके हैं, हुण तुसी पछताउंदे हो। तो श्री चंद सुन लक्ष्मी दास, बिस्मे हवै भय दर्श निराश, अपने दोष जान पछताए, कवि संतोख सिंह शरदा पाए। कवि संतोख सिंह कहता है कि श्री चंद ते लक्ष्मी दास दोनों पुत्र अपनी गलती नूं जाणदियां होइयां, अपने दोष का एहसास करदियां होइयां हुण पछता रहे हैं, निराश होए हैं कि सानू सतगुरु पातशाह जी दे आखिरी वेले दे दर्शन नसीब नहीं होए। इस तो अगे जदों 57वें अध्याय की शुरुआत हुंदी है तां इस अध्याय के शुरू दे विच ही संतोख सिंह एक गैर कुदरती गल, एक सच्चाई तो दूर की गल, एक गप कहानी इस अध्याय के शुरू दे विच ही दर्ज कर दिंदे हन। वो कहते हैं कि एक पासे धरती के उत्ते गुरु नानक पातशाह जी का यह 5 भूतक शरीर पिया होया है, जिस दे उपर चादर पई हुई है, ते दूसरे पासे गुरु नानक पातशाह महाराज जी की आत्मा का स्वरूप वो देवतियां दे रथ दे विच सवार हो चुका है सचखंड नूं जाण वास्ते। ते इधर गुरु नानक पातशाह महाराज जी के दोनों पुत्रां ने श्री चंद ते लक्ष्मी दास ने गुरु साहब जी के शरीर के कोल खलो के अरदास की। श्री चंद तब लक्ष्मी दास पित आगे कीनी अरदास, हाथ बंद दोनों हवै ठंडे, हिरदे में शरदा अत बाधे। ये दोनों जने हाथ जोड़ के खलोते ने बड़ी शरदा दे नाल ते बेनती करते हैं गुरु साहब जी के शरीर के अगे खलो के पातशाह आप जी ने सानू 2 वारी सुनेहे भेजे, पर असी आप जी दे उत्ते विश्वास नहीं किया, असी आप जी दे दर्शन करन वास्ते नहीं आए। सानू उस गल का बड़ा पछतावा है, वो साडी बड़ी वड्डी भुल सी, साडी बड़ी वड्डी गलती सी। असी अपनी भुल की मुआफ़ी मंगण वास्ते आप जी दे पास आए हाँ, पर साडे आउण तो पहला ही तुसा ने शरीर त्याग दिता है। हुण सानू सारी जिंदगी ये पछतावा रहेगा कि असी अंत वेले आप जी दे दर्शन नहीं कर सके। ते पातशाह किरपा करो, साडी भुल जिहड़ी है, साडी गलती जिहड़ी है वो सानू मुआफ कर दिओ ते एक बारी फिर आप जी सानू अंत समय दे दर्शन बख्श देवो। कवि संतोख सिंह ने पंक्तियां लिखियां हैं कि सुन के बिनय प्रसिद्धो ताता, क्षमा करो भूले पश्चाता, तुमको श्री करतार दुहाई, बोले मिले बिना जे जाई। तुहानू रब दा वास्ता, तुहानू करतार दा वास्ता, जे तुसा ने सानू दर्शन ना दिते, जे तुसा ने साडे नाल अंत वेले बचन बिलास ना कीते, तुहानू रब दा वास्ता जे कि पूरब ज्यों दवै घटका औरी, हम सो बोलो मिलो बहोरी। जिस तरीके दे नाल पहला तुसी सिखां दे नाल बचन बिलास कीते हन, 2 घड़ियां दा समा सानू दर्शन दे के साडे नाल गलबात करो, साडे नाल बचन बिलास करो, तुहानू रब दा वास्ता है। तो कवि संतोख सिंह कहते हैं कि माता सुलखणी जी भी उत्थे पास बैठे हुए हैं ते जिस वेले इन्हां दोनों पुत्रां ने यह अरदास की, ठांदे बंदे हाथ समीपा, सुनी बिनय बेदी कुलदीपा। इन्हां दी कीती हुई बेनती नूं बेदी कुल दे दीपक गुरु नानक पातशाह महाराज जी ने सुनिया है ते तातन सो बोलन के कारण उठ बैठे तब नरक निवारण।
ਆਪਣੇ ਪੁੱਤਰਾਂ ਦੇ ਨਾਲ ਬੋਲਣ ਵਾਸਤੇ, ਆਪਣੇ ਪੁੱਤਰਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਉੱਠ ਕੇ ਬੈਠ ਗਏ ਹਨ। ਯਾਨੀ ਕਿ ਜਿਹੜਾ ਉਹ ਆਤਮਾ ਦਾ ਸਰੂਪ ਵਿਮਾਨ ਦੇ ਵਿੱਚ ਪਹੁੰਚ ਚੁੱਕਾ ਸੀ, ਉਹ ਵਾਪਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜ ਭੂਤਕ ਸਰੀਰ ਦੇ ਅੰਦਰ ਸਮਾ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਪਸ ਉੱਠ ਕੇ ਬੈਠ ਗਏ ਹਨ। ਪਹਿਲਾਂ ਮਾਤਾ ਸੁਲੱਖਣੀ ਜੀ ਦੇ ਕਹਿਣ ਦੇ ਉੱਤੇ 3 ਦਿਨ ਵਾਸਤੇ ਆਪਣਾ ਸਰੀਰ ਤਿਆਗਣ ਦਾ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੋਸਟਪੋਨ ਕੀਤਾ ਤੇ ਹੁਣ ਦੂਸਰੀ ਵਾਰੀ ਆਪਣਾ ਸਰੀਰ ਤਿਆਗ ਚੁੱਕੇ ਹਨ। ਪਰ ਕਿਉਂਕਿ ਪੁੱਤਰਾਂ ਨੇ ਆਖਿਆ ਕਿ ਪਾਤਸ਼ਾਹ ਸਾਨੂੰ 2 ਘੜੀਆਂ ਵਾਸਤੇ ਦਰਸ਼ਨ ਜ਼ਰੂਰ ਦੇਵੋ, ਤੇ ਗੁਰੂ ਨਾਨਕ ਪਾਤਸ਼ਾਹ ਸਰੀਰ ਤਿਆਗਣ ਤੋਂ ਬਾਅਦ, ਮਰਨ ਤੋਂ ਬਾਅਦ ਫਿਰ ਵਾਪਸ ਆਪਣੇ ਉਸੇ ਸਰੀਰ ਦੇ ਅੰਦਰ ਆਣ ਕੇ ਉੱਠ ਕੇ ਬੈਠ ਜਾਂਦੇ ਹਨ। ਇਹ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਉੱਤੇ ਮੜ ਕੇ ਅਸੀਂ ਸੰਸਾਰ ਦੇ ਲੋਕਾਂ ਨੂੰ ਆਪਣੇ ਇਤਿਹਾਸ ਦੀ ਮਹਾਨਤਾ ਦੱਸ ਰਹੇ ਹਾਂ, ਜਦਕਿ ਦੁਨੀਆ ਦੇ ਲੋਕ ਸਾਡੀਆਂ ਇਹਨਾਂ ਕੱਚ ਕਹਾਣੀਆਂ ਨੂੰ ਸੁਣ ਕੇ ਸਾਡੇ ਉੱਤੇ ਹੱਸਣਗੇ, ਸਾਡਾ ਮਖੌਲ ਉਡਾਉਣਗੇ। ਅਸੀਂ ਆਪ ਹੀ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਸੰਤੋਖ ਸਿੰਘ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਉੱਠ ਕੇ ਬੈਠ ਗਏ ਨੇ। ਲੋਕਾਂ ਨੇ ਜਿਹੜੇ ਪਹਿਲਾਂ ਰੋ ਰਹੇ ਸਨ, ਹਾਹਾਕਾਰ ਮਚੀ ਹੋਈ ਸੀ, ਉਹਨਾਂ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਠਾਂਡੇ ਦਵੈ ਤਾਤਨ ਕੋ ਦੇਖਾ, ਬੋਲੇ ਗੁਰ ਕਰ ਕਿਰਪਾ ਬਸ਼ੇਖਾ, ਜਾਚਤ ਜੇ ਜੀਵਨ ਬਹੁ ਮੇਰਾ, ਸੋ ਪਾਵਤ ਅਬ ਹੁਤੀ ਨਾ ਦੇਰਾ। ਗੁਰੂ ਸਾਹਿਬ ਉੱਠ ਕੇ ਬੈਠੇ ਨੇ, ਆਪਣੇ ਪੁੱਤਰਾਂ ਨੂੰ ਸਾਹਮਣੇ ਖਲੋਤਿਆਂ ਨੂੰ ਦੇਖਿਆ ਹੈ ਤੇ ਸਤਿਗੁਰਾਂ ਨੇ ਪਹਿਲਾ ਬਚਨ ਆਪਣੇ ਪੁੱਤਰਾਂ ਨੂੰ ਆਖਿਆ ਕਿ ਜੇ ਤੁਸੀਂ ਕਿਧਰੇ ਇਹ ਮੰਗ ਲੈਂਦੇ ਕਿ ਮੈਂ ਕਈ ਸਾਲਾਂ ਤੱਕ ਜਿਉਂਦਾ ਰਹਾ, ਕਈ ਸਾਲਾਂ ਤੱਕ ਤੁਹਾਡੇ ਵਿੱਚ ਰਹਾ, ਤੇ ਤੁਹਾਡੀ ਇਹ ਮੰਗ ਵੀ ਪੂਰੀ ਹੋ ਜਾਣੀ ਸੀ। ਪਰ ਦਵੈ ਘਟਕਾ ਜਾਚੀ ਤੁਮ ਜੋਈ, ਨਹਿ ਅਧੀਨ ਤੁਮਰੇ ਕਛ ਸੋਈ। ਪਰ ਤੁਸਾਂ ਨੇ ਮੇਰਾ 2 ਘੜੀਆਂ ਦਾ ਜੀਵਨ ਹੀ ਮੰਗਿਆ ਹੈ। ਤੁਸਾਂ ਨੇ ਇਹੀ ਆਖਿਆ ਕਿ ਪਾਤਸ਼ਾਹ ਸਾਨੂੰ 2 ਘੜੀਆਂ ਵਾਸਤੇ ਦਰਸ਼ਨ ਦੇਵੋ। ਜੇ ਇਹਦੀ ਜਗ੍ਹਾ ਤੇ ਕਿਧਰੇ ਇਹ ਅਰਦਾਸ ਕਰਦੇ ਕਿ ਪਾਤਸ਼ਾਹ ਸਾਨੂੰ 100 ਸਾਲ ਤੱਕ ਦਰਸ਼ਨ ਦਿੰਦੇ ਰਹੋ, ਤੇ ਤੁਹਾਡੀ ਉਹ ਮੰਗ ਵੀ ਪੂਰੀ ਹੋ ਜਾਣੀ ਸੀ। ਪਰ ਤੁਸਾਂ ਨੇ ਕੇਵਲ 2 ਘੜੀਆਂ ਦਾ ਸਮਾਂ ਮੰਗਿਆ ਹੈ। ਇਸ ਵਾਸਤੇ ਹੁਣ ਮੈਂ 2 ਘੜੀਆਂ ਵਾਸਤੇ ਆਪਣੇ ਇਸ ਸਰੀਰ ਦੇ ਅੰਦਰ ਰਹਾਂਗਾ। ਤੋਂ 2 ਘੜੀਆਂ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਤੋਂ ਬਾਅਦ ਹੋਰ ਜਿਉਂਦਾ ਰਹਿੰਦੇ ਹਨ। 2 ਘੜੀਆਂ ਆਪਣੇ ਪੁੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ। ਬਾਬਾ ਬੁੱਢਾ ਜੀ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਉਹਨਾਂ ਨੂੰ ਸਤਿਨਾਮ ਵਾਹਿਗੁਰੂ ਦੇ ਅਰਥ ਜਿਹੜੇ ਹਨ ਉਹ ਸਿਖਾਲਦੇ ਹਨ। ਪਰ ਜਿਹੜੀ ਮੁੱਖ ਗੱਲ ਇਹਨਾਂ 2 ਘੜੀਆਂ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਲਿਖੀ ਹੈ ਉਹ ਇਹ ਹੈ ਕਿ ਪੁੱਤਰਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਸਵਾਲ ਕੀਤਾ ਕਿ ਪਾਤਸ਼ਾਹ ਤੁਸਾਂ ਨੇ ਗੁਰਿਆਈ ਜਿਹੜੀ ਹੈ ਭਾਈ ਲਹਿਣੇ ਨੂੰ ਦੇ ਦਿੱਤੀ ਹੈ, ਹੁਣ ਸਿੱਖ ਤੇ ਭਾਈ ਲਹਿਣੇ ਨੂੰ ਗੁਰੂ ਮੰਨਣਗੇ। ਅਸੀਂ ਤੁਹਾਡੇ ਪੁੱਤਰ ਹਾਂ, ਅਸੀਂ ਤੇ ਭੁੱਖੇ ਮਰਾਂਗੇ। ਕੋਈ ਆਣ ਕੇ ਸਾਨੂੰ ਮੱਥਾ ਨਹੀਂ ਟੇਕੇਗਾ, ਕੋਈ ਆਣ ਕੇ ਸਾਡੀ ਪੂਜਾ ਨਹੀਂ ਕਰੇਗਾ, ਸਾਨੂੰ ਭੇਟਾਵਾਂ ਅਰਪਣ ਨਹੀਂ ਕਰੇਗਾ, ਸਾਡਾ ਕੀ ਹੋਵੇਗਾ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਸੰਤੋਖ ਸਿੰਘ ਨੇ ਵਾਕ ਲਿਖੇ ਨੇ ਕਿ ਗੁਰੂ ਪੀਰ ਕੇ ਜੋ ਹੈ ਸਵਾਨਾ, ਤਿੰਨ ਕੋ ਮਨ ਨੇ ਜਗਤ ਮਹਾਨਾ। ਕਿ ਤੁਸੀਂ ਫਿਕਰ ਕਿਉਂ ਕਰਦੇ ਹੋ? ਗੁਰੂ ਘਰ ਦੇ ਜਿਹੜੇ ਕੁੱਤੇ ਹੁੰਦੇ ਹਨ ਜਹਾਨ ਤੇ ਉਹਨਾਂ ਨੂੰ ਵੀ ਮੰਨਦਾ ਹੈ, ਉਹਨਾਂ ਨੂੰ ਵੀ ਪੂਜਦਾ ਹੈ। ਤੁਮ ਤੋ ਤਾਤ ਭਏ ਮੁਝ ਤਨ ਤੇ, ਭੇਟਾ ਕਿਉਂ ਨਾ ਦੇਹੇ ਹਿਤ ਮਨ ਤੇ। ਤੁਸੀਂ ਤੇ ਮੇਰੇ ਪੁੱਤਰ ਹੋ, ਮੇਰਾ ਆਪਣਾ ਲਹੂ ਹੋ। ਗੁਰੂ ਘਰ ਦੇ ਤੇ ਕੁੱਤਿਆਂ ਨੂੰ ਵੀ ਲੋਕੀ ਮੰਨਦੇ ਹਨ, ਉਹਨਾਂ ਦੀ ਵੀ ਲੋਕੀ ਪੂਜਾ ਕਰਦੇ ਹਨ। ਤੁਸੀਂ ਮੇਰੇ ਆਪਣੇ ਪੁੱਤਰ ਹੋ, ਇਸ ਵਾਸਤੇ ਲੋਕੀ ਤੁਹਾਨੂੰ ਕਿਉਂ ਨਹੀਂ ਮੰਨਣਗੇ, ਤੁਹਾਨੂੰ ਭੇਟਾਵਾਂ ਕਿਉਂ ਨਹੀਂ ਅਰਪਣ ਕਰਨਗੇ। ਕਰਾਮਾਤ ਹਵੈ ਹੈ ਤੁਮ ਮਾਹੀ, ਸਿੱਖ ਹਮਾਰੇ ਸਰਬ ਪੂਜਾ ਹੀ। ਇਸ ਵਾਸਤੇ ਫਿਕਰ ਨਾ ਕਰੋ, ਤੁਹਾਡੇ ਵਿੱਚ ਬਹੁਤ ਜ਼ਿਆਦੀਆਂ ਕਰਾਮਾਤਾਂ ਹੋਣਗੀਆਂ। ਤੇ ਜਿੰਨੇ ਵੀ ਸਾਡੇ ਸਿੱਖ ਹਨ ਉਹ ਸਾਡੇ ਸਾਰੇ ਸਿੱਖ ਜਿਹੜੇ ਨੇ ਉਹ ਤੁਹਾਡੀ ਪੂਜਾ ਕਰਿਆ ਕਰਨਗੇ। ਇੱਥੋਂ ਪਤਾ ਚੱਲਦਾ ਹੈ ਕਿ ਇਹ ਸਾਰੇ ਇਤਿਹਾਸ ਨੂੰ ਸ਼੍ਰੀ ਚੰਦੀਆਂ ਨੂੰ ਪ੍ਰਮੋਟ ਕਰਨ ਵਾਸਤੇ ਹੀ ਲਿਖਵਾਇਆ ਗਿਆ ਹੈ, ਨਿਰਮਲਿਆਂ ਨੂੰ ਪ੍ਰਮੋਟ ਕਰਨ ਵਾਸਤੇ ਹੀ ਲਿਖਵਾਇਆ ਗਿਆ ਹੈ, ਉਹਨਾਂ ਨੂੰ ਸਿੱਖੀ ਦੇ ਵਿਹੜੇ ਦੇ ਅੰਦਰ ਵਾੜਨ ਵਾਸਤੇ ਹੀ ਲਿਖਵਾਇਆ ਗਿਆ ਹੈ। ਤੋਂ 2 ਘੜੀਆਂ ਦਾ ਸਮਾਂ ਬਤੀਤ ਕਰਨ ਤੋਂ ਬਾਅਦ
ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਕਿ ਸਾਡੇ ਆਲੇ ਦੁਆਲੇ ਇੱਕ ਕਨਾਤ ਜਿਹੜੀ ਹੈ ਉਹ ਤਾਣ ਦਿੱਤੀ ਜਾਵੇ ਤੇ ਸਾਰੀ ਸੰਗਤ ਜਿਹੜੀ ਹੈ ਉਹ ਉਸ ਕਨਾਤ ਤੋਂ ਬਾਹਰ ਜਾ ਕੇ ਬੈਠ ਜਾਵੇ। ਬਹੁੜੋ ਕਹਿਓ ਕਨਾਤ ਤਨੀਜੈ, ਚੌਂ ਦਿਸ਼ ਮੈਂ ਘੇਰਾ ਕਰ ਲੀਜੈ, ਸਰਬ ਨਿਕਸ ਕੈ ਬਾਹਰ ਜਾਵੋ, ਸਤਨਾਮ ਸਿਮਰੋ ਗੁਣ ਗਾਵੋ, ਸੁਨ ਤਿਹ ਛਿਨ ਦਾਸਨ ਤਤਕਾਲਾ, ਘੇਰੀ ਤਹਾਂ ਕਨਾਤ ਵਿਸਾਲਾ, ਅੰਬਰ ਪਾਏ ਬਦਨ ਪਰ ਸਵੈਤਾ, ਪੌਡੇ ਪੁੰਨ ਬੇਦੀ ਕੁਲ ਕੀਤਾ। ਤੋ ਸੇਵਕਾਂ ਨੇ ਉਸੇ ਵੇਲੇ ਸਤਿਗੁਰਾਂ ਦੇ ਦੁਆਲੇ ਇੱਕ ਕਨਾਤ ਜਿਹੜੀ ਹੈ ਉਹ ਤਾਣ ਦਿੱਤੀ ਹੈ। ਸਾਰੀ ਸੰਗਤ ਜਿਹੜੀ ਹੈ ਉਸ ਕਨਾਤ ਤੋਂ ਬਾਹਰ ਆ ਗਈ ਹੈ। ਕੇਵਲ ਗਿਣਤੀ ਦੇ 1-2 ਸਿੱਖ ਜਿਹੜੇ ਨੇ ਉਹ ਸਤਿਗੁਰਾਂ ਦੇ ਸਰੀਰ ਦੇ ਕੋਲ ਬੈਠੇ ਹੋਏ ਹਨ। ਸਾਰੀ ਸੰਗਤ ਬਾਹਰ ਆ ਚੁੱਕੀ ਹੈ ਤੇ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਇੱਕ ਚਾਦਰ ਜਿਹੜੀ ਹੈ ਉਹ ਓੜ ਲਈ ਹੈ। ਸੰਤੋਖ ਸਿੰਘ ਕਹਿੰਦਾ ਹੋਇਆ ਕਿ ਇਤਨੀ ਦੇਰ ਨੂੰ ਕੁਝ ਪਠਾਨ ਜਿਹੜੇ ਹਨ ਉਹ ਚੱਲ ਕੇ ਉੱਥੇ ਅਪੜੇ ਹਨ। ਇਤਨੇ ਮਹਿ ਪਠਾਨ ਤਹਿ ਆਏ, ਦਰਸ ਕਰਨ ਹਿਰਦੇ ਲਲਚਾਏ। ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਸੀ, ਉਹਨਾਂ ਨੇ ਅਪੜ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਆਪਣੀ ਲਾਲਸਾ ਜਿਹੜੀ ਹੈ ਉਹ ਇਹਨਾਂ ਲੋਕਾਂ ਨੂੰ ਦੱਸੀ ਹੈ। ਪਰ ਜਿਹੜੇ ਉੱਥੇ ਲੋਕ ਸਿੱਖ ਇਕੱਠੇ ਹੋਏ ਹਨ ਉਹਨਾਂ ਨੇ ਇਹ ਕਹਿ ਕੇ ਪਠਾਨਾਂ ਨੂੰ ਦਰਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਣ ਹੁਕਮ ਨਹੀਂ ਹੈ, ਉਹ ਆਪਣਾ ਸਰੀਰ ਤਿਆਗ ਰਹੇ ਹਨ। ਉਹਨਾਂ ਨੇ ਆਪਣੇ ਆਲੇ ਦੁਆਲੇ ਕਨਾਤ ਜਿਹੜੀ ਹੈ ਉਹ ਤਾਣੀ ਹੋਈ ਹੈ। ਹੁਣ ਸਾਰੀ ਸੰਗਤ ਜਿਹੜੀ ਹੈ ਕਨਾਤ ਦੇ ਬਾਹਰ-ਬਾਹਰ ਬੈਠੀ ਹੈ। ਹੁਣ ਕੋਈ ਵੀ ਉਸ ਕਨਾਤ ਦੇ ਅੰਦਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕਦਾ। ਪਰ ਸੰਤੋਖ ਸਿੰਘ ਕਹਿੰਦਾ ਹੈ ਕਿ ਖਾਨ ਕਹੇ ਹਮ ਮਾਨੇ ਨਾਹੀਂ, ਏਤੀ ਬਾਤ ਬਣਾਵੋ ਕਾਹੀਂ। ਜਿਹੜੇ ਉਹ ਪਠਾਨ ਸਾਨੂੰ ਕਹਿੰਦੇ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਤੁਸੀਂ ਝੂਠ ਬੋਲਦੇ ਹੋ, ਤੁਸੀਂ ਜਾਣ ਬੁੱਝ ਕੇ ਸਾਨੂੰ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਰੋਕਦੇ ਹੋ। ਅਸੀਂ ਤੁਹਾਡੇ ਰੋਕਿਆਂ ਰੁਕਣਾ ਨਹੀਂ ਹੈ, ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਹੀ ਕਰਨੇ ਹਨ। ਜਿਸ ਤਰੀਕੇ ਦੇ ਨਾਲ ਉਹ ਤੁਹਾਡੇ ਗੁਰੂ ਹਨ ਉਸੇ ਤਰੀਕੇ ਦੇ ਨਾਲ ਉਹ ਸਾਡੇ ਪੀਰ ਹਨ, ਅਸੀਂ ਉਹਨਾਂ ਦੇ ਮੁਰੀਦ ਹਾਂ। ਤੋ ਇਸ ਤਰੀਕੇ ਦੇ ਨਾਲ ਇਹਨਾਂ ਪਠਾਨਾਂ ਦੇ ਨਾਲ ਉੱਥੇ ਮੌਜੂਦ ਲੋਕਾਂ ਦਾ ਝਗੜਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਵੱਧ ਗਿਆ। ਇਹ ਪਠਾਨ ਜਿਤਨੇ ਵੀ ਨੇ ਇਹ ਸਾਰੇ ਦੇ ਸਾਰੇ ਪਠਾਨ ਜਿਹੜੇ ਨੇ ਸ਼ਸਤਰਧਾਰੀ ਸਨ ਤੇ ਕੁਝ ਲੋਕ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਉਹ ਵੀ ਆਪਣੇ ਘਰਾਂ ਤੋਂ ਸ਼ਸਤਰ ਜਿਹੜੇ ਹਨ ਉਹ ਲੈ ਕੇ ਕਵੀ ਸੰਤੋਖ ਸਿੰਘ ਕਹਿੰਦਾ ਉੱਥੇ ਅਪੜ ਗਏ। ਜਿਸ ਵੇਲੇ ਇਹ ਬਾਹਰ ਝਗੜਾ ਜਿਹੜਾ ਹੈ ਬਹੁਤ ਜ਼ਿਆਦਾ ਵੱਧ ਗਿਆ ਤੇ ਜਿਹੜੇ 2 ਸਿੱਖ ਉਸ ਕਨਾਤ ਦੇ ਅੰਦਰ ਬੈਠੇ ਹੋਏ ਸਨ ਸਤਿਗੁਰਾਂ ਦੇ ਸਰੀਰ ਦੇ ਕੋਲ, ਉਹ ਇਹ ਵੇਖਣ ਵਾਸਤੇ ਕਿ ਦੇਖੀਏ ਬਾਹਰ ਰੌਲਾ ਕਿਸ ਗੱਲ ਦਾ ਪੈ ਰਿਹਾ ਹੈ। ਕਵੀ ਸੰਤੋਖ ਸਿੰਘ ਕਹਿੰਦਾ ਵੀ ਉਸ ਵੇਲੇ ਉਹ 2 ਸਿੱਖ ਜਿਹੜੇ ਅੰਦਰ ਬੈਠੇ ਸਨ ਉਹ ਵੀ ਬਾਹਰ ਆ ਗਏ ਇਹ ਦੇਖਣ ਵਾਸਤੇ ਵੀ ਬਾਹਰ ਰੌਲਾ ਕਿਸ ਗੱਲ ਦਾ ਹੈ। ਬੋਲ ਲਿਖੇ ਹਨ ਕਿ ਸ਼੍ਰੀ ਗੁਰ ਤਨ ਕੇ ਪਾਸ ਜੇ ਦਾਸਾ, ਸ਼ਰੋਨ ਕੁਲਾਹਨ ਸੁਨ ਚੌ ਆਸਾ, ਨਿਕਸੇ ਤੁਰੰਤ ਬਿਲੋਕਣ ਤਾਈ, ਰਹੀ ਇਕਾਂਕੀ ਦੇ ਗੁਸਾਈ। ਜਿਸ ਵੇਲੇ ਇਹ ਸੇਵਕ ਵੀ ਬਾਹਰ ਆ ਗਏ ਤੇ ਉਸ ਕਨਾਤ ਦੇ ਅੰਦਰ ਕੇਵਲ ਤੇ ਕੇਵਲ ਸਤਿਗੁਰਾਂ ਦਾ ਇਕੱਲਾ ਸਰੀਰ ਰਹਿ ਗਿਆ। ਤੋ ਅੰਤਰ ਧਿਆਨ ਭਈ ਤਿਹ ਕਾਲਾ, ਸਰਬ ਝੁਕਾਵਨ ਝਗੜ ਵਿਸਾਲਾ। ਉਸ ਵੇਲੇ ਇਸ ਸਾਰੇ ਝਗੜੇ ਨੂੰ ਮਿਟਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਦੇਹੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਉਥੋਂ ਅਲੋਪ ਹੋ ਗਿਆ। ਵਾਕ ਲਿਖੇ ਨੇ ਕਿ ਅੰਤਰ ਧਿਆਨ ਪਈ ਤਿਹ ਕਾਲਾ, ਕਿ ਸਤਿਗੁਰਾਂ ਦੀ ਦੇਹੀ ਜਿਹੜੀ ਸੀ ਉਹ ਅੰਤਰ ਧਿਆਨ ਹੋ ਗਈ। ਵਹਿਰ ਦੂਹ ਮੈਂ ਬਾਦ ਮਹਾਨਾ, ਚੜ ਵਿਵਾਨ ਪਰ ਕਿਰਪਾ ਨਿਦਾਨਾ। ਬਾਹਰ ਹਿੰਦੂਆਂ ਤੇ ਪਠਾਨਾਂ ਦਾ ਆਪਸ ਦੇ ਵਿੱਚ ਝਗੜਾ ਹੋ ਰਿਹਾ ਹੈ, ਪਰ ਇੱਧਰ ਗੁਰੂ ਸਾਹਿਬ ਜਿਹੜੇ ਹਨ ਉਹ ਦੇਵਤਿਆਂ ਦੇ ਰਥ ਦੇ ਉੱਤੇ ਸਵਾਰ ਹੋ ਕੇ ਉਹਨਾਂ ਨੇ ਸੱਚਖੰਡ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਗਮਨ ਕੀਨ ਊਰਦ ਕੀ ਔਰਾ, ਜੈ ਜੈ ਸ਼ਬਦ ਸੁਰਨ ਮੈਂ ਸ਼ੋਰਾ। ਉਹਨਾਂ ਨੇ ਆਕਾਸ਼ ਵੱਲ ਨੂੰ ਉੱਡਣਾ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਸੰਤੋਖ ਸਿੰਘ ਦੀ ਮਾਨਤਾ ਅਨੁਸਾਰ ਜਿਹੜਾ ਸੱਚਖੰਡ ਹੈ ਉਹ ਧਰਤੀ ਤੋਂ ਉੱਪਰ ਕਿਧਰੇ ਆਕਾਸ਼ ਦੇ ਵਿੱਚ ਬਣਿਆ ਹੋਇਆ ਕੋਈ ਨਗਰ ਹੈ। ਕਹਿੰਦਾ ਸਾਰੇ ਦੇਵਤੇ ਜਿਹੜੇ ਹਨ ਉੱਥੇ ਜੈ ਜੈਕਾਰ ਕਰਦੇ ਪਏ ਨੇ, ਫੁੱਲਾਂ ਦੀ ਵਰਖਾ ਕਰਦੇ ਪਏ ਨੇ, ਕੋਈ ਚੌਰ ਚਲਾਉਂਦਾ ਪਿਆ ਹੈ, ਕੋਈ ਸ਼ੰਖ ਵਜਾਉਂਦਾ ਪਿਆ ਹੈ, ਕੋਈ ਆਰਤੀ ਉਤਾਰਦਾ ਪਿਆ ਹੈ।
बल्कि सारा नक्शा खिंचदियां होया संतोख सिंह इथों तक भी लिख गया कि अपशर करही निरत आगारी गंधर्व गावे तुन सुखकारी। कि ਜਿਹੜੇ ਗੰਧਰਵ ਨੇ, ਜਿਹੜੇ ਦੇਵਤਿਆਂ ਦੇ ਦਰਬਾਰ ਦੇ ਵਿੱਚ ਗਾਉਣ ਵਾਲੇ ਗਵਈਏ ਨੇ, ਉਹ ਤੇ ਤਰ੍ਹਾਂ ਤਰ੍ਹਾਂ ਦੀਆਂ ਧੁਨੀਆਂ ਕੱਢਦੇ ਪਏ ਨੇ। ਤੇ ਉਸ ਵੇਲੇ ਜਿਹੜੀਆਂ ਅਪਸ਼ਰਾਵਾਂ ਹਨ ਉਹ ਅੱਗੇ ਅੱਗੇ ਵਿਮਾਨ ਦੇ ਨੱਚਦੀਆਂ ਪਈਆਂ ਨੇ। ਜਾਣੀ ਕਿ ਇੱਕ 70 ਸਾਲ ਤੋਂ ਵੱਧ ਉਮਰ ਦੇ ਬਾਬੇ ਦਾ ਵਿਮਾਨ ਜਾ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ। ਤੇ ਉਸ ਵਿਮਾਨ ਦੇ ਅੱਗੇ ਅਪਸ਼ਰਾਵਾਂ ਜਿਹੜੀਆਂ ਹਨ, ਅਪਸ਼ਰਾਵਾਂ ਇੰਦਰ ਦੇ ਦਰਬਾਰ ਦੀਆਂ ਉਹਨਾਂ ਨਾਚੀਆਂ ਨੂੰ ਆਖਿਆ ਗਿਆ ਹੈ, ਜਿਨ੍ਹਾਂ ਦੇ ਤਨ ਦੇ ਉੱਤੇ ਕਦੇ ਬੁਢੇਪਾ ਨਹੀਂ ਆਉਣਾ ਹੁੰਦਾ, ਜਿਨ੍ਹਾਂ ਨੇ ਹਮੇਸ਼ਾ ਜਵਾਨ ਰਹਿਣਾ ਹੁੰਦਾ ਹੈ। ਇਸ ਧਰਤੀ ਦੇ ਉੱਤੇ ਕੋਈ ਔਰਤ ਬਹੁਤ ਖੂਬਸੂਰਤ ਹੋਵੇ ਤੇ ਉਹਦੀ ਤੁਲਨਾ ਕੀਤੀ ਜਾਂਦੀ ਹੈ ਕਿ ਉਹ ਤੇ ਅਪਸ਼ਰਾ ਵਰਗੀ ਹੈ। ਪਰ ਧਰਤੀ ਤੇ ਖੂਬਸੂਰਤ ਤੋਂ ਖੂਬਸੂਰਤ ਔਰਤ ਵੀ ਉਹਦੇ ਤਨ ਦੇ ਉੱਤੇ ਇੱਕ ਦਿਨ ਬੁਢੇਪਾ ਆ ਜਾਂਦਾ ਹੈ। ਪਰ ਅਪਸ਼ਰਾਵਾਂ ਉਹਨਾਂ ਨੂੰ ਆਖਿਆ ਗਿਆ ਜਿਨ੍ਹਾਂ ਨੇ ਕਦੇ ਬੁਢੇਪੇ ਦੇ ਵਿੱਚ ਅੱਪੜਨਾ ਹੀ ਨਹੀਂ, ਜਿਨ੍ਹਾਂ ਨੇ ਹਮੇਸ਼ਾ ਜਵਾਨ ਰਹਿਣਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ 70 ਸਾਲ ਤੋਂ ਵੱਧ ਉਮਰ ਦੇ ਇੱਕ ਬਾਬੇ ਦਾ ਵਿਮਾਨ ਜਾ ਰਿਹਾ ਹੈ ਤੇ ਉਹਦੇ ਅੱਗੇ ਅਪਸ਼ਰਾਵਾਂ ਜਿਹੜੀਆਂ ਹਨ ਉਹ ਨੱਚ ਰਹੀਆਂ ਹਨ। ਇਹਦੇ ਤੋਂ ਵੱਧ ਕੇ ਹੋਰ ਸ਼ਰਮ ਦੀ ਗੱਲ ਜਿਹੜੀ ਹੈ ਉਹ ਕੀ ਹੋ ਸਕਦੀ ਹੈ। ਔਰ ਅਸੀਂ ਇਸ ਨੂੰ ਆਪਣਾ ਸਿੱਖ ਇਤਿਹਾਸ, ਇਸ ਨੂੰ ਆਪਣਾ ਗੁਰ ਇਤਿਹਾਸ ਕਹਿ ਕੇ ਇਸ ਨੂੰ ਮੰਨੀ ਜਾ ਰਹੇ ਹਾਂ। ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਸ ਗ੍ਰੰਥ ਨੂੰ ਮੰਜੀ ਸਾਹਿਬ ਦੇ ਉੱਤੇ ਪ੍ਰਕਾਸ਼ ਕਰਕੇ ਇਹਦੇ ਉੱਤੇ ਰਮਾਲੇ ਪਾ ਕੇ ਇਹਨਾਂ ਗ੍ਰੰਥਾਂ ਦੀ ਪੂਜਾ ਕਰੀ ਜਾ ਰਹੇ ਹਾਂ। ਖੈਰ, ਦੂਸਰੇ ਪਾਸੇ ਸੰਤੋਖ ਸਿੰਘ ਲਿਖਦਾ ਹੈ ਕਿ ਜਿਸ ਵੇਲੇ ਬਾਹਰ ਤੁਰਕਾਂ ਦਾ ਝਗੜਾ ਬਹੁਤ ਜ਼ਿਆਦਾ ਵੱਧ ਗਿਆ ਤੇ ਸਿਆਣੇ ਸਿੱਖਾਂ ਨੇ ਵਿੱਚ ਪੈ ਕੇ ਫੈਸਲਾ ਇਹ ਕੀਤਾ ਵੀ ਇੰਜ ਕਰਦੇ ਹਾਂ, ਸਤਿਗੁਰਾਂ ਦੇ ਕੋਲੋਂ ਪੁੱਛ ਕੇ ਦੇਖ ਲੈਂਦੇ ਹਾਂ। ਜੇ ਤੇ ਸਤਿਗੁਰੂ ਇਜਾਜ਼ਤ ਦੇਵਣਗੇ ਤੇ ਇਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਕਰਵਾ ਦਿੱਤੇ ਜਾਵਣਗੇ। ਜੇ ਸਤਿਗੁਰੂ ਇਜਾਜ਼ਤ ਨਹੀਂ ਦੇਵਣਗੇ ਤੇ ਫਿਰ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਵਾਏ ਜਾਵਣਗੇ। ਤਾਂ ਤੁਰਕਾਂ ਨੂੰ ਇਸ ਗੱਲ ਦੇ ਉੱਤੇ ਮਨਾ ਲਿਆ ਗਿਆ ਕਿ ਅਸੀਂ ਸਤਿਗੁਰਾਂ ਨੂੰ ਪੁੱਛ ਕੇ ਦੇਖਦੇ ਹਾਂ, ਜੇ ਉਹ ਇਜਾਜ਼ਤ ਦੇਵਣਗੇ ਫਿਰ ਆਪ ਜੀ ਨੂੰ ਸਤਿਗੁਰਾਂ ਦੇ ਦਰਸ਼ਨ ਕਰਵਾਏ ਜਾਵਣਗੇ। ਤੋ ਦਵੈ ਸਿੱਖ ਹੁਤੇ ਸਮੀਪੀ ਜਈ ਅੰਤਰ ਗਏ ਕਨਾਤ ਕੇ ਤੇਈ। ਜਿਹੜੇ ਸਤਿਗੁਰਾਂ ਦੇ ਦੋ ਨਿਕਟਵਰਤੀ ਸਿੱਖ ਸਨ, ਜਿਹੜੇ ਅੰਦਰੋਂ ਰੌਲਾ ਸੁਣ ਕੇ ਬਾਹਰ ਆਏ ਸਨ, ਉਹ ਸਤਿਗੁਰਾਂ ਦੀ ਆਗਿਆ ਲੈਣ ਵਾਸਤੇ ਦੁਬਾਰਾ ਕਨਾਤ ਦੇ ਅੰਦਰ ਗਏ ਸਤਿਗੁਰਾਂ ਨੂੰ ਪੁੱਛਣ ਵਾਸਤੇ। ਪਰ ਕਹਿੰਦੇ ਨੇ ਹੋਇਆ ਕਿ ਬਸਤਰ ਸੰਯੁਗਤ ਸੇਜ ਤਹਿ ਦੇਖੀ ਦੇਹ ਨਾ ਭਏ ਅਚਰਜ ਬਸ਼ੇਖੀ। ਉਹਨਾਂ ਨੇ ਜਦੋਂ ਕਨਾਤ ਦੇ ਅੰਦਰ ਜਾ ਕੇ ਦੇਖਿਆ ਤੇ ਉੱਥੇ ਤੱਕਿਆ ਕਿ ਕੇਵਲ ਤੇ ਕੇਵਲ ਸਤਿਗੁਰਾਂ ਦੇ ਚਾਦਰ ਪਈ ਹੋਈ ਹੈ, ਪਰ ਸਤਿਗੁਰਾਂ ਦਾ ਸਰੀਰ ਜਿਹੜਾ ਹੈ ਉਹ ਉੱਥੇ ਨਹੀਂ ਹੈ। ਅੰਬਰ ਕੋ ਉਗਾਰ ਭਲ ਜੋਬਾ ਨਿਕਸੇ ਕਹਿਤ ਅਚੰਬਾ ਹੋਵਾ। ਉਹਨਾਂ ਨੇ ਚਾਦਰ ਚੱਕੀ, ਚੰਗੀ ਤਰ੍ਹਾਂ ਚਾਦਰ ਦੇ ਥੱਲੇ ਉੱਪਰ ਦੇਖਿਆ ਹੈ, ਕਿਧਰੇ ਵੀ ਸਤਿਗੁਰਾਂ ਦਾ ਸਰੀਰ ਉਹਨਾਂ ਨੂੰ ਦਿਖਾਈ ਨਹੀਂ ਦਿੱਤਾ। ਬਾਹਰ ਆ ਕੇ ਕਹਿਣ ਲੱਗੇ ਇਹ ਤੇ ਬਹੁਤ ਜ਼ਿਆਦਾ हैरानी वाली गल हुई है, बहुत ज्यादा हैरानी वाला कौतक होया है। क्यों तुम कीनो इतना झगड़ा सतगुर आप नबेड़ियो सगरा। तुसी बाहर इन्ना ज्यादा झगड़ा वधा के बैठे हुए सी, पर सतगुरां ने आपे ही सारा झगड़ा नबेड़ दिता है। अंतर ध्यान भी रही न देही कुसा सेज पर बस्तर परेही। कि सतगुरां दी देही भी वो भी अंतर ध्यान हो गई है। सतगुरां दा शरीर जिहड़ा है वो भी अलोप हो गया है। सतगुरां दा शरीर जिथे पिया होया सी उत्थे केवल ते केवल ये चादर है, उत्थे केवल ते केवल ये बस्तर बाकी बचिया है। सतगुरां दा शरीर जिहड़ा है वो भी अलोप हो गया है। ते संतोख सिंह ने लिखिया है कि तुरकन अंबर अर्ध अर्ध हिंदुन तब लिया सगरा झगड़ गया निबड़ हरख और दोह दिश थिया। कि उस वेले अद्धा चादर दा टुकड़ा जिहड़ा सी वो तुरकां ने ले लिया ते अद्धा चादर दा हिस्सा जिहड़ा सी वो हिंदुओं ने ले लिया। कहंदे ने हिंदू भी खुश हो गए ते तुर्क भी खुश हो गए। हिंदुओं ने उस चादर दे अद्धे टुकड़े दा संस्कार कर दिता और पठाना ने उस चादर दे अद्धे हिस्से नूं दफना दिता। यह गुरु नानक पातशाह महाराज जी का इतिहास अज साडियां स्टेजां तो सुनाया जा रहा है।
ਕਿ ਅਖੀਰ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਜਿਹੜਾ ਸੀ ਉਹ ਵੀ ਅਲੋਪ ਹੋ ਗਿਆ ਸੀ, ਸਰੀਰ ਹੀ ਕਿਸੇ ਨੂੰ ਨਹੀਂ ਸੀ ਮਿਲਿਆ। ਤੇ ਜਦੋਂ ਇਸ ਨੂੰ ਗੁਰ ਇਤਿਹਾਸ ਕਹਿ ਕੇ ਸੰਸਾਰ ਦੇ ਲੋਕਾਂ ਦੇ ਅੱਗੇ ਅਸੀਂ ਰੱਖਾਂਗੇ ਕਿ ਸੰਸਾਰ ਦੇ ਲੋਕ ਸਾਡੇ ਉੱਤੇ ਸਵਾਲ ਨਹੀਂ ਕਰਨਗੇ, ਕਿ ਇਹ ਤਰਕ ਨਹੀਂ ਉੱਠਣਗੇ ਕਿ ਲੋਕੀ ਝੂਠ ਬੋਲਦੇ ਹਨ। ਜਿਸ ਤਰੀਕੇ ਦੇ ਨਾਲ ਇਹ ਇਤਿਹਾਸ ਨੂੰ ਬਣਾ ਕੇ ਸਾਡੇ ਸਾਹਮਣੇ ਰੱਖਦੇ ਹਨ, ਅਜਿਹਾ ਕਦੇ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦਾ। ਸਰੀਰ ਕਿਸੇ ਦਾ ਵੀ ਹੋਵੇ, ਇਸ ਤਰੀਕੇ ਦੇ ਨਾਲ ਅਲੋਪ ਨਹੀਂ ਹੁੰਦਾ। ਤੇ ਜੇ ਇਹ ਆਖਦੇ ਨੇ ਕਿ ਸਰੀਰ ਹੀ ਸਤਿਗੁਰਾਂ ਦਾ ਅਲੋਪ ਹੋ ਗਿਆ ਸੀ, ਲਾਜ਼ਮੀ ਹੈ ਇਹਨਾਂ ਨੇ ਸਤਿਗੁਰਾਂ ਦੇ ਸਰੀਰ ਨੂੰ, ਇਹਨਾਂ ਨੇ ਸਤਿਗੁਰਾਂ ਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਹੋਵੇਗਾ। ਉੱਥੇ ਉਸ ਵੇਲੇ ਘਟਨਾ ਕਿਸੇ ਹੋਰ ਪ੍ਰਕਾਰ ਦੀ ਘਟੀ ਹੋਈ ਹੋਵੇਗੀ। ਇਹ ਸਵਾਲ ਸਾਡੇ ਉੱਪਰ ਜ਼ਰੂਰ ਉੱਠਣਗੇ। ਪਰ ਹੋਇਆ ਕੀ? ਉਹ ਕਹਿੰਦੇ ਹੁੰਦੇ ਨਾ ਵੀ ਕਮਲਾ ਹੋਵੇ ਇੱਕ ਤੇ ਸਮਝਾਵੇ ਵਿਹੜਾ, ਜੇ ਕਮਲਾ ਹੋ ਜੇ ਵਿਹੜਾ ਫਿਰ ਸਮਝਾਵੇ ਕਿਹੜਾ। ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਹਵਾਲਿਆਂ ਨੂੰ ਰੱਦ ਕਰਨ ਦੀ, ਇਹਨਾਂ ਗ੍ਰੰਥਾਂ ਨੂੰ ਰੱਦ ਕਰਨ ਦੀ, ਉਹਨਾਂ ਨੇ ਇਹੋ ਜਿਹੀਆਂ ਸਟੇਟਮੈਂਟਾਂ ਥਾਂ-ਥਾਂ ਦੇ ਉੱਤੇ ਦੇ ਕੇ ਇਹਨਾਂ ਹਵਾਲਿਆਂ ਦੇ ਉੱਤੇ ਹੋਰ ਜ਼ਿਆਦਾ ਮੋਹਰ ਲਗਾ ਦਿੱਤੀ। ਅਨਪੜ੍ਹ ਲੋਕ, ਸੰਪਰਦਾਈ ਲੋਕ ਇਹੋ ਜਿਹੀਆਂ ਕਥਾ ਕਹਾਣੀਆਂ ਸੰਸਾਰ ਦੇ ਲੋਕਾਂ ਨੂੰ ਸੁਣਾਉਂਦੇ ਸਮਝ ਆ ਸਕਦੀਆਂ ਸਨ ਕਿ ਉਹਨਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੋਇਆ। ਪਰ ਜੇ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਣ ਵਾਲੇ, PhD ਕਰਨ ਵਾਲੇ ਹੀ ਨਹੀਂ ਬਲਕਿ ਆਪਣੇ ਆਪ ਨੂੰ ਕੌਮ ਦੇ ਮੁਖੀ ਆਗੂ ਅਖਵਾਉਣ ਵਾਲੇ, ਆਪਣੇ ਆਪ ਨੂੰ ਸਿੱਖਾਂ ਦੇ ਪੋਪ ਦੇ ਬਰਾਬਰ ਸਮਝਣ ਵਾਲੇ ਅਕਾਲ ਤਖਤ ਦੇ ਜਥੇਦਾਰ, ਉਹ ਵੀ ਇਹੋ ਜਿਹੀਆਂ ਸਟੇਟਮੈਂਟਾਂ ਦੇ ਰਹੇ ਹੋਵਣ। ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮੈਂ ਆਪ ਜੀ ਨੂੰ ਉਹਨਾਂ ਦੀ ਵੀਡੀਓ ਦਾ ਇੱਕ ਕਲਿੱਪ ਜਿਹੜਾ ਹੈ ਉਹ ਸੁਣਾਉਣਾ ਚਾਹੁੰਦਾ ਹਾਂ। ਪੂਰੀ ਵੀਡੀਓ ਵੀ ਆਪ ਜੀ ਨੂੰ YouTube ਤੋਂ ਮਿਲ ਜਾਵੇਗੀ, ਜਿਸ ਦੇ ਵਿੱਚ ਉਹ ਸੰਤੋਖ ਸਿੰਘ ਦੇ ਲਿਖੇ ਹੋਏ ਇਸੇ ਹੀ ਮਿਥਿਹਾਸ ਦੇ ਉੱਤੇ ਮੋਹਰ ਲਗਾ ਰਹੇ ਹਨ। ਇਹੀ ਕਹਾਣੀ ਜਿਹੜੀ ਹੈ ਉਹ ਲੋਕਾਂ ਨੂੰ ਸੁਣਾ ਰਹੇ ਹਨ। ਬਲਕਿ ਇਸ ਕਹਾਣੀ ਦੇ ਨਾਲ ਜਿਹੜਾ ਝੂਠ ਸੰਤੋਖ ਸਿੰਘ ਨੇ ਵੀ ਨਹੀਂ ਬੋਲਿਆ, ਬੋਲ ਵੀ ਨਹੀਂ ਸੀ ਸਕਦਾ, ਉਹ ਇੱਕ ਹੋਰ ਵੱਡਾ ਝੂਠ ਜਿਹੜਾ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਕੋਲੋਂ ਹੀ ਇਹਦੇ ਨਾਲ ਬਣਾ ਕੇ ਲੋਕਾਂ ਨੂੰ ਸੁਣਾ ਰਹੇ ਹਨ। ਪਹਿਲਾਂ ਤੁਸੀਂ ਉਹ ਵੀਡੀਓ ਸੁਣ ਲਵੋ, ਫਿਰ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ। ਹਾਂਜੀ। ਜਦੋਂ ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਏ ਤੇ ਅਸੀਂ ਸਾਖੀ ਪੜ੍ਹਦੇ ਹਾਂ ਕਿ ਰੌਲਾ ਪੈ ਗਿਆ। ਹਿੰਦੂ ਕਹਿਣ ਸਾਡਾ ਗੁਰੂ ਹੈ, ਅਸੀਂ ਸ਼ਵ ਦਾ ਅੰਤਮ ਸੰਸਕਾਰ ਕਰਨਾ ਹੈ, ਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸੀਂ ਲਾਸ਼ ਦਾ ਦਾਹ ਸੰਸਕਾਰ ਨਹੀਂ ਕਰਨਾ, ਦਫਨ ਕਰਨਾ। ਕਿ ਤਾਂ ਸ਼ਵ ਹੈ, ਲਾਸ਼ ਹੈ। ਕੁਰਬਾਨੀ ਦੇ ਵਿੱਚ ਸਾਨੂੰ ਸਮਝਾਇਆ ਨਾ। ਹਾਂਜੀ, ਇੱਕ ਗੱਲ ਥੋੜੀ ਜੀ ਹੋਰ ਵੀ ਧਿਆਨ ਦੇ ਵਿੱਚ ਰੱਖਿਓ ਕਿ ਜਥੇਦਾਰ ਸਾਹਿਬ ਜਿਸ ਇਕੱਠ ਦੇ ਵਿੱਚ ਇਹ ਸਾਰਾ ਪ੍ਰਸੰਗ ਸੁਣਾ ਰਹੇ ਹਨ, ਉਹ ਇਕੱਠ ਕੋਈ ਸਧਾਰਨ ਲੋਕਾਂ ਦਾ ਇਕੱਠ ਨਹੀਂ ਹੈ, ਕੋਈ ਪੇਂਡੂ ਜਿਹੇ ਲੋਕ, ਅਨਪੜ੍ਹ ਲੋਕ ਨਹੀਂ ਬੈਠੇ ਹੋਏ। ਉਹ ਇਕੱਠ ਹੈ, ਸਰਬ ਧਰਮ ਸੰਮੇਲਨ ਹੋ ਰਿਹਾ ਹੈ, ਜਿੱਥੇ ਸਾਰੇ ਧਰਮਾਂ ਦੇ ਬੁੱਧੀਜੀਵੀ ਪੜ੍ਹੇ ਲਿਖੇ ਲੋਕ ਜਿਹੜੇ ਹਨ ਜਿਸ ਜਗ੍ਹਾ ਦੇ ਉੱਤੇ ਇਕੱਤਰ ਹੋਏ ਹਨ। ਇੱਕ ਸਰਬ ਧਰਮ ਸੰਮੇਲਨ ਦੇ ਵਿੱਚ ਜਥੇਦਾਰ ਇਹੋ ਜਿਹੀਆਂ ਗੱਪ ਕਹਾਣੀਆਂ ਸੁਣਾ ਕੇ ਆਪਣੀ ਵਿਦਵਤਾ ਨਹੀਂ, ਆਪਣੀ ਜਾਹਲਤਾ, ਆਪਣੀ ਅਨਪੜ੍ਹਤਾ, ਉਸ ਦਾ ਦਿਖਾਵਾ ਜਿਹੜਾ ਹੈ ਉਹ ਕਰ ਰਹੇ ਹਨ। ਧਿਆਨ ਦੇ ਨਾਲ ਸੁਣਿਓ ਅਗਲੀ ਗੱਲ ਜਿਹੜੀ ਜਥੇਦਾਰ ਨੇ ਆਖੀ ਹੈ। ਹਾਂਜੀ। ਕਿ ਜਦੋਂ ਸੁਬਾਹ ਹੋਈ, ਦੇਖਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਸਰੀਰ ਸੀ ਤੇ ਚਾਦਰ ਸੀ। ਫਿਰ ਵੀ ਸਮਝ ਨਾ ਆਈ, ਨਾ ਹਿੰਦੂਆਂ ਨੂੰ ਨਾ ਮੁਸਲਮਾਨਾਂ ਨੂੰ। ਚਾਦਰ ਹੀ ਪਾੜਤੀ। ਅੱਧੀ ਲੈ ਕੇ ਇੱਕ ਪਾਸੇ ਚਲੇ ਗਏ, ਅੱਧੀ ਲੈ ਕੇ ਦੂਜੇ ਪਾਸੇ ਆ ਗਏ, ਤੇ ਗੁਰੂ ਨਾਨਕ ਸਾਹਿਬ ਨੇ ਵਾਘੇ ਵਾਲੀ ਲਕੀਰ ਵੀ ਉੱਥੋਂ ਹੀ ਖਿੱਚਤੀ। ਅੱਧੇ ਇੱਕ ਪਾਸੇ ਰਹਿ ਗਏ, ਅੱਧੇ ਇੱਕ ਪਾਸੇ ਰਹਿ ਗਏ।
ਅੱਧੇ ਪਾਕਿਸਤਾਨ 'ਚ ਰਹਿ ਗਏ, ਅੱਧੇ ਹਿੰਦੁਸਤਾਨ 'ਚ ਰਹਿ ਗਏ। ਅਜਿਹੀ ਗਲਤੀ ਦੁਬਾਰਾ ਨਾ ਹੋ। ਯਾਨੀ ਕਿ ਜਿਹੜਾ ਝੂਠ ਸੰਤੋਖ ਸਿੰਘ ਨੇ ਵੀ ਨਹੀਂ ਲਿਖਿਆ, ਉਹ ਝੂਠ ਵੀ ਜਥੇਦਾਰ ਲੋਕਾਂ ਨੂੰ ਸੁਣਾ ਰਹੇ ਹਨ। ਕਿੱਡੀ ਵੱਡੀ ਗਲਤ ਬਿਆਨੀ ਜਿਹੜੀ ਹੈ ਜਥੇਦਾਰ ਨੇ ਕੀਤੀ ਹੈ। ਇੱਕ ਤੇ ਸੰਤੋਖ ਸਿੰਘ ਦੇ ਉਸ ਲਿਖੇ ਹੋਏ ਪ੍ਰਸੰਗ ਦੇ ਉੱਤੇ ਮੋਹਰ ਲਗਾ ਦਿੱਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਉਹ ਅਲੋਪ ਹੋ ਗਿਆ, ਔਰ ਦੂਸਰੀ ਗਲਤ ਬਿਆਨੀ ਇਹ ਕੀਤੀ ਕਿ ਜਿਹੜੀ ਚਾਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਹਿੰਦੂਆਂ ਤੇ ਮੁਸਲਮਾਨਾਂ ਨੇ ਜਿੱਥੋਂ ਪਾੜ ਦਿੱਤੀ ਸੀ, ਜਥੇਦਾਰ ਕਹਿੰਦਾ ਬਸ ਉੱਥੋਂ ਹੀ ਇਹ ਵਾਘੇ ਵਾਲੀ ਲਕੀਰ ਜਿਹੜੀ ਹੈ ਉਹ ਖਿੱਚੀ ਗਈ ਸੀ। ਇੱਕ ਪਾਸੇ ਮੁਸਲਮਾਨ ਚਲੇ ਗਏ, ਦੂਸਰੇ ਪਾਸੇ ਹਿੰਦੂ ਆ ਗਏ, ਯਾਨੀ ਕਿ ਇੱਕ ਪਾਸੇ ਪਾਕਿਸਤਾਨ ਬਣ ਗਿਆ, ਇੱਕ ਪਾਸੇ ਹਿੰਦੁਸਤਾਨ ਬਣ ਗਿਆ। ਯਾਨੀ ਕਿ ਪਾਕਿਸਤਾਨ ਬਣਨ ਦਾ ਕਾਰਨ, 47 ਵਾਲੀ ਵੰਡ ਹੋਣ ਦਾ ਕਾਰਨ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਾਦਰ ਨੂੰ ਹਿੰਦੂਆਂ ਤੇ ਮੁਸਲਮਾਨਾਂ ਨੇ ਅੱਧ ਦੇ ਵਿੱਚੋਂ ਪਾੜ ਦਿੱਤਾ। ਹੁਣ ਇਸ ਜਥੇਦਾਰ ਦੀ ਅਕਲ ਦੇ ਉੱਤੇ ਦੁਨੀਆ ਦੇ ਲੋਕ ਹੱਸਣਗੇ ਨਹੀਂ ਤੇ ਕੀ ਕਰਨਗੇ। ਵੈਸੇ ਇਹ ਕਹਾਣੀ ਜਿਹੜੀ ਹੈ ਨਾ, ਜ਼ਿਆਦਾ ਕਰਕੇ ਗਿਆਨੀ ਸੰਤ ਸਿੰਘ ਮਸਕੀਨ ਜਾਂ ਉਹਨਾਂ ਦੇ ਨੇੜੇ ਰਹਿਣ ਵਾਲੇ ਜਿਹੜੇ ਪ੍ਰਚਾਰਕ ਨੇ, ਉਹਨਾਂ ਨੇ ਸਟੇਜਾਂ ਦੇ ਉੱਤੇ ਇਹੋ ਜਿਹੀ ਕਹਾਣੀ ਸੁਣਾਈ ਸੀ। ਔਰ ਮੈਂ ਯਕੀਨ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਇਹ ਕਹਾਣੀ 1947 ਤੋਂ ਪਹਿਲਾਂ ਕਿਸੇ ਨੇ ਨਹੀਂ ਸੁਣਾਈ। 1947 ਤੋਂ ਪਹਿਲਾਂ ਕਿਸੇ ਨੇ ਕਿਸੇ ਕਿਤਾਬ ਦੇ ਵਿੱਚ ਨਹੀਂ ਲਿਖੀ। ਜਿਸ ਨੂੰ ਕਿਸੇ ਨੇ ਲਿਖਿਆ ਹੋਵੇਗਾ, ਜਿਸ ਨੂੰ ਕਿਸੇ ਨੇ ਸੁਣਾਇਆ ਹੋਵੇਗਾ, ਤੇ ਉਹ 1947 ਤੋਂ ਬਾਅਦ ਦੇ ਵਿੱਚ, ਜਿਸ ਵੇਲੇ ਦੇਸ਼ ਦੀ ਵੰਡ ਹੋ ਚੁੱਕੀ ਸੀ। ਉਸ ਵੰਡ ਵਾਲੀ ਘਟਨਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਵਣ ਦੀ ਘਟਨਾ ਦੇ ਨਾਲ ਜੋੜ ਦਿੱਤਾ। ਫਿਰ ਇਹੀ ਜਥੇਦਾਰ ਜਿਹੜਾ ਕਈ ਵਾਰੀ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਬਿਆਨ ਦੇ ਦਿੰਦਾ ਹੈ, ਫਿਰ ਤੇ ਪੁੱਛਣਾ ਪਏਗਾ ਨਾ ਇਸ ਜਥੇਦਾਰ ਨੂੰ ਕਿ ਤੁਸੀਂ ਖਾਲਿਸਤਾਨ, ਸਿੱਖ ਖਾਲਿਸਤਾਨ ਕਿਹੜੇ ਮੂੰਹ ਦੇ ਨਾਲ ਮੰਗਦੇ ਹੋ? ਜੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਫੈਸਲਾ ਜਿਹੜਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਰ ਦਿੱਤਾ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦੀ ਚਾਦਰ 2 ਹਿੱਸਿਆਂ ਦੇ ਵਿੱਚ ਵੰਡੀ ਗਈ ਔਰ 2 ਦੇਸ਼ ਬਣ ਗਏ, ਫਿਰ ਤੀਸਰੇ ਦੇਸ਼ ਦੀ ਮੰਗ ਜਿਹੜੀ ਹੈ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ? ਜਾਂ ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਾਦਰ ਨੂੰ 3 ਹਿੱਸਿਆਂ ਦੇ ਵਿੱਚ ਵੰਡ ਲੈਂਦੇ। ਫਿਰ ਗਲਤੀ 47 ਵੇਲੇ ਦੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਨਹੀਂ ਕੀਤੀ। ਫਿਰ ਤੇ ਮੰਨਣਾ ਪਵੇਗਾ ਇਹ ਗਲਤੀ ਜਿਹੜੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਵੇਲੇ ਦੇ ਜਿਹੜੇ ਨਿਕਟ ਵਰਤੀ ਸਿੱਖ ਬਾਬਾ ਬੁੱਢਾ ਜੀ ਵਰਗੇ ਜਿਹੜੇ ਸਿੱਖ ਸਨ, ਇਹ ਗਲਤੀ ਉਹਨਾਂ ਦੇ ਕੋਲੋਂ ਹੋਈ। ਉਹਨਾਂ ਨੇ ਚਾਦਰ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੁੰਦਾ ਤੇ ਸਾਡਾ ਤੀਸਰਾ ਦੇਸ਼ ਖਾਲਿਸਤਾਨ ਉਹ ਵੀ ਬਣ ਜਾਂਦਾ। ਪਰ ਇਹ ਬੱਚਿਆਂ ਵਾਲੀਆਂ ਗੱਲਾਂ ਨੇ। ਦੁਨੀਆ ਦੇ ਲੋਕ ਇਹਨਾਂ ਨੂੰ ਸੁਣ ਸੁਣ ਕੇ ਸਾਡੇ ਉੱਤੇ, ਸਾਡੀ ਬੌਧਿਕਤਾ ਦੇ ਉੱਤੇ ਹੱਸਣਗੇ, ਸਾਡੀ ਸਮਝ ਦੇ ਉੱਤੇ, ਸਾਡੀ ਅਕਲ ਦਾ ਮਖੌਲ ਜਿਹੜਾ ਹੈ ਉਹ ਉਡਾਵਣਗੇ। ਖੈਰ, ਇਹੋ ਜਿਹੀਆਂ ਗਲਤ ਬਿਆਨੀਆਂ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਹਰੇਕ ਗੁਰੂ ਸਾਹਿਬਾਨ ਦੇ ਜਨਮ ਦੇ ਸਮੇਂ ਦੇ ਉੱਤੇ ਵੀ ਕੀਤੀਆਂ ਹਨ ਔਰ ਉਹਨਾਂ ਦੇ ਚਲਾਣੇ ਦੇ ਸਮੇਂ ਦੇ ਉੱਤੇ ਵੀ ਕੀਤੀਆਂ ਹਨ, ਜਿਨ੍ਹਾਂ ਨੂੰ ਸਾਡੇ ਪ੍ਰਚਾਰਕ ਆਪਣੀ ਰੋਜੀ ਰੋਟੀ ਦੀ ਖਾਤਰ ਮਸਾਲੇ ਲਗਾ ਲਗਾ ਕੇ ਉਹਨਾਂ ਕਹਾਣੀਆਂ ਨੂੰ ਹੋਰ ਜ਼ਿਆਦਾ ਵਧਾ ਚੜਾ ਕੇ ਸਟੇਜਾਂ ਤੋਂ ਲੋਕਾਂ ਨੂੰ ਸੁਣਾਉਂਦੇ ਹਨ ਔਰ ਸੱਚਾਈ ਤੋਂ ਲੋਕਾਂ ਨੂੰ ਦੂਰ ਕਰੀ ਜਾ ਰਹੇ ਹਨ। ਦਿਨ ਬ ਦਿਨ ਇਸ ਇਤਿਹਾਸ ਨੂੰ ਸਵਾਰਿਆ ਸੁਧਾਰਿਆ ਨਹੀਂ ਜਾ ਰਿਹਾ, ਬਲਕਿ ਹੋਰ ਜ਼ਿਆਦਾ ਗੰਧਲਾ ਕੀਤਾ ਜਾ ਰਿਹਾ ਹੈ, ਹੋਰ ਜ਼ਿਆਦਾ ਵਿਗਾੜਿਆ ਜਾ ਰਿਹਾ ਹੈ। ਬਾਕੀ ਗੁਰੂ ਸਾਹਿਬਾਨਾਂ ਦੇ ਅੰਤਮ ਸਮੇਂ ਦੇ ਸੰਬੰਧ ਦੇ ਵਿੱਚ ਸੰਤੋਖ ਸਿੰਘ ਨੇ ਜਿਹੜੀਆਂ ਗਲਤ ਬਿਆਨੀਆਂ ਕੀਤੀਆਂ ਹਨ, ਆਉਣ ਵਾਲੇ ਦਿਨਾਂ ਦੇ ਅੰਦਰ ਆਪਾਂ ਉਹਨਾਂ ਦੀ ਵਿਚਾਰ ਵੀ ਇਸੇ ਤਰੀਕੇ ਦੇ ਨਾਲ ਕਰਨ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।